ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ। ਤਾਂ ਅੱਜ ਅਸੀਂ ਮਿਤੀ 29/10/2020 ਦੀ ਪੈਚ ਸ਼ੀਟ 52 ਕਰਨ ਜਾ ਰਹੇ ਹਾਂ। ਮੈਨੂੰ ਉਮੀਦ ਹੈ ਕਿ ਰੋਜ਼ ਵਾਂਗ ਤੁਸੀਂ ਮੇਰੇ ਨਾਲ ਇਸ ਵੀਡੀਓ ਦੇ ਅਖੀਰ ਤੱਕ ਬਣੇ ਰਹੋਗੇ। ਤਾਂ ਸਭ ਤੋਂ ਪਹਿਲਾਂ ਵਿਸ਼ਾ ਪੰਜਾਬੀ ਤੋਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇਹ ਪੈਰਾ ਪੜ੍ਹਨਾ ਹੈ, ਉਸ ਤੋਂ ਬਾਅਦ ਉਸ ਦੇ ਥੱਲੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਤਾਂ ਚਲੋ ਸ਼ੁਰੂ ਕਰਦੇ ਹਾਂ। ਸਮਾਜ ਵਿੱਚ ਰਹਿੰਦੇ ਹੋਏ ਅਸੀਂ ਬਹੁਤ ਕੁਝ ਸਿੱਖਦੇ ਹਾਂ। ਬਹੁਤ ਸਾਰੇ ਲੋਕਾਂ ਨਾਲ ਸਾਡਾ ਮੇਲ ਜੋਲ ਹੁੰਦਾ ਰਹਿੰਦਾ ਹੈ। ਅਸੀਂ ਜਿਹੜੀ ਖੁਰਾਕ ਖਾਂਦੇ ਹਾਂ ਉਹ ਦੂਜਿਆਂ ਨੇ ਪੈਦਾ ਕੀਤੀ ਹੁੰਦੀ ਹੈ। ਅਸੀਂ ਜਿਹੜੇ ਘਰਾਂ ਵਿੱਚ ਰਹਿੰਦੇ ਹਾਂ ਉਹ ਦੂਜਿਆਂ ਨੇ ਉਸਾਰੇ ਹੁੰਦੇ ਹਨ। ਅਸੀਂ ਗਿਆਨ ਵੀ ਦੂਜਿਆਂ ਤੋਂ ਪ੍ਰਾਪਤ ਕਰਦੇ ਹਾਂ। ਸਾਡੇ ਸਾਥੀਆਂ ਵਿੱਚ ਸਾਡੀ ਕਦਰ ਇਸ ਗੱਲ ਕਰਕੇ ਹੁੰਦੀ ਹੈ ਕਿ ਸਾਡਾ ਵਿਵਹਾਰ ਉਹਨਾਂ ਨਾਲ ਉਸ ਤਰ੍ਹਾਂ ਦਾ ਹੈ। ਸਾਡਾ ਵਿਵਹਾਰ ਹੀ ਸਾਨੂੰ ਚੰਗਾ ਅਤੇ ਮਾੜਾ ਬਣਾਉਂਦਾ ਹੈ। ਸਾਨੂੰ ਦੂਜਿਆਂ ਦੇ ਕੰਮ ਆਉਣਾ ਚਾਹੀਦਾ ਹੈ ਅਤੇ ਉਹਨਾਂ ਦੀ ਖੁਸ਼ੀ ਲਈ ਅਰਦਾਸ ਕਰਨੀ ਚਾਹੀਦੀ ਹੈ। ਤਾਂ ਫਰੈਂਡਸ, ਇਹਦੇ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਸਾਡਾ ਜਿਹੜਾ ਵਿਵਹਾਰ ਹੈ ਉਹ ਅੱਛਾ ਹੋਣਾ ਚਾਹੀਦਾ ਹੈ, ਕਿਉਂਕਿ ਜੇਕਰ ਸਾਡਾ ਵਿਵਹਾਰ ਅੱਛਾ ਹੈ ਉਹੀ ਸਾਡੀ ਲੋਕਾਂ ਵਿੱਚ ਪਹਿਚਾਣ ਬਣਾਉਂਦਾ ਹੈ ਕਿ ਅਸੀਂ ਚੰਗੇ ਹਾਂ ਜਾਂ ਮਾੜੇ। ਤਾਂ ਚਲੋ ਪ੍ਰਸ਼ਨ ਪੜ੍ਹਨਾ ਸ਼ੁਰੂ ਕਰਦੇ ਹਾਂ। ਸਾਨੂੰ ਚੰਗਾ ਜਾਂ ਮਾੜਾ ਕੌਣ ਬਣਾਉਂਦਾ ਹੈ? ਰੱਬ, ਸਾਡਾ ਵਿਵਹਾਰ, ਲੋਕ, ਬੱਚੇ। ਫਰੈਂਡਸ, ਸਹੀ ਆਪਸ਼ਨ ਹੈ ਐੜਾ। ਸਾਡਾ ਵਿਵਹਾਰ ਹੀ ਸਾਨੂੰ ਚੰਗਾ ਜਾਂ ਮਾੜਾ ਬਣਾਉਂਦਾ ਹੈ। ਪ੍ਰਸ਼ਨ ਨੰਬਰ 2, ਕਦਰ ਤੋਂ ਕੀ ਭਾਵ ਹੈ? ਸਤਿਕਾਰ, ਖੁਸ਼ੀ, ਵਿਰੋਧ, ਸੁੰਦਰਤਾ। ਫਰੈਂਡਸ, ਊੜਾ ਆਪਸ਼ਨ ਬਿਲਕੁਲ ਸਹੀ ਹੈ। ਕਦਰ ਦਾ ਭਾਵ ਹੈ ਸਤਿਕਾਰ। ਪ੍ਰਸ਼ਨ ਨੰਬਰ 3, ਡੈਸ਼ ਵਿੱਚ ਰਹਿੰਦੇ ਅਸੀਂ ਬਹੁਤ ਕੁਝ ਸਿੱਖਦੇ ਹਾਂ। ਊੜਾ ਵਿਹੜੇ, ਕਮਰੇ, ਸਮਾਜ, ਬਰਾਂਡੇ। ਫਰੈਂਡਸ, ਸਹੀ ਉੱਤਰ ਹੈ ਈੜੀ, ਸਮਾਜ। ਸਮਾਜ ਵਿੱਚ ਰਹਿੰਦੇ ਹੀ ਅਸੀਂ ਬਹੁਤ ਕੁਝ ਸਿੱਖਦੇ ਹਾਂ। ਪ੍ਰਸ਼ਨ ਨੰਬਰ 4, ਸਹੀ ਵਾਕ ਦੀ ਚੋਣ ਕਰੋ। ਊੜਾ ਸਾਨੂੰ ਦੂਜੀ ਦੇ ਕੰਮ ਆਉਣਾ ਚਾਹੀਦਾ ਹੈ। ਸਾਨੂੰ ਦੂਜਿਆਂ ਦੇ ਕੰਮ ਆਉਣਾ ਚਾਹੀਦਾ ਹੈ। ਸਾਨੂੰ ਹੈ ਚਾਹੀਦਾ ਦੂਜਿਆਂ ਦੇ ਕੰਮ ਆਉਣਾ। ਸਾਨੂੰ ਦੂਜਿਆਂ ਦੀ ਕੰਮ ਆਉਣਾ ਚਾਹੀਦਾ ਹੈ। ਆਉਣਾ ਹੈ ਚਾਹੀਦਾ। ਫਰੈਂਡਸ, ਐੜਾ ਆਪਸ਼ਨ ਸਹੀ ਹੈ ਕਿਉਂਕਿ ਇਹ ਬਿਲਕੁਲ ਸਹੀ ਵਾਕ ਹੈ। ਸਾਨੂੰ ਦੂਜਿਆਂ ਦੇ ਕੰਮ ਆਉਣਾ ਚਾਹੀਦਾ ਹੈ। ਪ੍ਰਸ਼ਨ ਨੰਬਰ 5, ਅਸੀਂ ਖੁਰਾਕ ਦਾ ਕੀ ਕਰਦੇ ਹਾਂ? ਪਹਿਨਦੇ ਹਾਂ, ਖਾਂਦੇ ਹਾਂ, ਬੁਣਦੇ ਹਾਂ, ਸਿੱਖਦੇ ਹਾਂ। ਫਰੈਂਡਸ, ਅਸੀਂ ਖੁਰਾਕ ਖਾਂਦੇ ਹਾਂ, ਤਾਂ ਐੜਾ ਆਪਸ਼ਨ ਬਿਲਕੁਲ ਸਹੀ ਹੈ। ਆਪਣਾ ਵਿਸ਼ਾ ਪੰਜਾਬੀ ਖਤਮ ਹੋ ਗਿਆ ਹੈ। ਤਾਂ ਚਲੋ ਦੂਸਰਾ ਵਿਸ਼ਾ ਗਣਿਤ ਵੱਲ ਵਧਦੇ ਹਾਂ। ਪਹਿਲਾ ਪ੍ਰਸ਼ਨ, ਚਿੱਤਰ ਵੱਲ ਦੇਖ ਕੇ ਖਾਲੀ ਥਾਂ ਭਰੋ। 5 × 5 ਕਿੰਨੇ ਹੁੰਦੇ ਹਨ? ਫਰੈਂਡਸ ਦੇਖੋ, ਇਹਨਾਂ ਨੇ ਆਪਾਂ ਨੂੰ ਦਿੱਤਾ ਹੋਇਆ ਹੈ ਕਿ ਇੱਕ ਪਾਸੇ 5 ਗੁਬਾਰੇ ਹਨ ਅਤੇ ਦੂਸਰੇ ਪਾਸੇ 5 ਬੱਚੇ ਹਨ। ਜੇ ਸਿੱਧਾ ਦੇਖਿਆ ਜਾਏ, ਜੇ 5 ਗੁਬਾਰੇ ਆਪਾਂ 5 ਬੱਚਿਆਂ ਨੂੰ ਵੰਡ ਦਈਏ, ਯਾਨੀ ਕਿ ਇੱਕ ਗੁਬਾਰਾ ਇਸ ਨੂੰ, ਇੱਕ ਗੁਬਾਰਾ ਇਸ ਬੱਚੇ ਨੂੰ, ਤੀਸਰਾ ਇਸ ਬੱਚੇ ਨੂੰ, ਚੌਥਾ ਇਸ ਬੱਚੇ ਨੂੰ ਅਤੇ ਪੰਜਵਾਂ ਇਸ ਬੱਚੇ ਨੂੰ, ਤਾਂ ਸਾਰੇ ਜਿਹੜੇ ਗੁਬਾਰੇ ਨੇ ਉਹ 5 ਵਿੱਚ ਆਪਸ 'ਚ ਪੂਰੇ ਵੰਡੇ ਗਏ ਅਤੇ ਆਪਣੇ ਲਵੇ ਫਿਰ ਕੁੱਲ ਕਿੰਨੇ ਗੁਬਾਰੇ ਬਚੇ? ਕੋਈ ਵੀ ਨਹੀਂ। ਇਹਦਾ ਮਤਲਬ ਸਾਡਾ ਉੱਤਰ ਹੈ 0। ਤਾਂ ਸਾਡੇ ਲਵੇ 0 ਗੁਬਾਰਾ ਬਚਿਆ ਅਤੇ ਉੱਤਰ ਹੈ ਆਪਣਾ 0। ਐੜਾ ਆਪਸ਼ਨ ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 2, ਜੇਕਰ ਸਕੂਲ ਦੇ ਗੇਟ ਤੋਂ ਤੁਹਾਡੀ ਜਮਾਤ 35 ਕਦਮਾਂ ਦੀ ਦੂਰੀ 'ਤੇ ਹੈ ਅਤੇ ਤੁਸੀਂ 25 ਕਦਮ ਚੱਲ ਚੁੱਕੇ ਹੋ, ਤਾਂ ਤੁਸੀਂ ਜਮਾਤ ਤੱਕ ਪਹੁੰਚਣ ਲਈ ਕਿੰਨੇ ਹੋਰ ਕਦਮ ਚੱਲੋਗੇ? ਦੇਖੋ, ਸਕੂਲ ਦੇ ਗੇਟ ਤੋਂ ਜਮਾਤ 35 ਕਦਮਾਂ ਦੀ ਦੂਰੀ 'ਤੇ ਹੈ ਅਤੇ ਆਪਾਂ ਕਿੰਨੇ ਕਦਮ ਚੱਲ ਪਏ ਹਾਂ? 25 ਕਦਮ।
ਤੇ ਹੁਣ ਆਪਾਂ ਕਿੰਨੇ ਕਦਮ ਹੋਰ ਚੱਲਣੇ ਨੇ ਇਹ ਪਤਾ ਕਰਨ ਵਾਸਤੇ ਅਸੀਂ 35 ਕਦਮਾਂ ਵਿੱਚੋਂ 25 ਕਦਮ ਘਟਾ ਦਿਆਂਗੇ। ਯਾਨੀ ਕਿ 35 ਚੋਂ ਜਦ ਆਪਾਂ 25 ਘਟਾਵਾਂਗੇ ਤਾਂ ਆਪਣੇ ਲਵੇ ਕਿੰਨਾ ਬਚੇਗਾ 10। ਤਾਂ ਆਪਸ਼ਨ ਦੇਖਦੇ ਹਾਂ ਇਹਨਾਂ ਨੇ ਆਪਾਂ ਨੂੰ ਕੀ ਦਿੱਤੇ ਹਨ। 30 ਕਦਮ, 10 ਕਦਮ, 5 ਕਦਮ, 25 ਕਦਮ। ਫਰੈਂਡਸ ਸਹੀ ਆਪਸ਼ਨ ਹੈ ਐੜਾ। ਸਾਡਾ ਉੱਤਰ ਹੈ 10 ਕਦਮ। ਪ੍ਰਸ਼ਨ ਨੰਬਰ 3, ਹੇਠਾਂ ਦਿੱਤੀਆਂ ਤਸਵੀਰਾਂ ਦੇਖ ਕੇ ਦੱਸੋ ਕਿ ਮੋਮੀ ਰੰਗ ਦੀ ਲੰਬਾਈ ਪੈਨ ਦੀ ਲੰਬਾਈ ਤੋਂ ਕਿੰਨੇ ਸੈਂਟੀਮੀਟਰ ਘੱਟ ਹੈ। ਦੇਖੋ ਫਰੈਂਡਸ ਪਹਿਲੇ ਆਪਾਂ ਨੂੰ ਦਿੱਤਾ ਹੈ ਕਿ ਜਿਹੜਾ ਮੋਮੀ ਕਲਰ ਹੈ ਉਹ 8 ਸੈਂਟੀਮੀਟਰ ਹੈ ਅਤੇ ਦੂਸਰੇ ਚਿੱਤਰ ਵਿੱਚ ਸਾਨੂੰ ਦਿੱਤਾ ਹੈ ਕਿ ਜਿਹੜੀ ਪੈਨ ਦੀ ਲੰਬਾਈ ਹੈ ਉਹ 11 ਸੈਂਟੀਮੀਟਰ ਹੈ। ਜੇ ਆਪਾਂ ਪਤਾ ਕਰਨਾ ਹੋਵੇ ਕਿ ਜਿਹੜਾ ਰੰਗ ਹੈ ਉਹ ਪੈਨ ਤੋਂ ਕਿੰਨਾ ਛੋਟਾ ਹੈ ਤਾਂ ਅਸੀਂ 11 ਸੈਂਟੀਮੀਟਰ 'ਚੋਂ 8 ਸੈਂਟੀਮੀਟਰ ਘਟਾ ਦੇਵਾਂਗੇ। ਯਾਨੀ ਕਿ ਪੈਨ ਦੀ ਲੰਬਾਈ 'ਚੋਂ ਆਪਾਂ ਰੰਗ ਦੀ ਲੰਬਾਈ ਹੈ ਉਹ ਘਟਾ ਦੇਵਾਂਗੇ। ਜਦ ਆਪਾਂ 11 ਸੈਂਟੀਮੀਟਰ ਵਿੱਚੋਂ 8 ਘਟਾਵਾਂਗੇ ਤਾਂ ਆਪਣੇ ਲਵੇ ਬਚੇਗਾ 3 ਸੈਂਟੀਮੀਟਰ। ਆਪਸ਼ਨ ਦੇਖਦੇ ਹਾਂ 8 ਸੈਂਟੀਮੀਟਰ, 3 ਸੈਂਟੀਮੀਟਰ, 11 ਸੈਂਟੀਮੀਟਰ, 19 ਸੈਂਟੀਮੀਟਰ। ਤਾਂ ਫਰੈਂਡਸ ਐੜਾ ਆਪਸ਼ਨ ਬਿਲਕੁਲ ਸਹੀ ਹੈ। ਸਾਡੇ ਜਿਹੜਾ ਮੋਮੀ ਰੰਗ ਹੈ ਉਹ ਪੈਨ ਦੀ ਲੰਬਾਈ ਤੋਂ 3 ਸੈਂਟੀਮੀਟਰ ਛੋਟਾ ਹੈ। ਤਾਂ ਐੜਾ ਆਪਸ਼ਨ ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 4, ਬੋਤਲ ਦੀ ਧਾਰਨ ਸਮਰੱਥਾ 2 ਲੀਟਰ ਹੈ। ਹੇਠ ਦਿੱਤੀਆਂ ਵਸਤੂਆਂ ਵਿੱਚੋਂ ਕਿਸ ਵਸਤੂ ਦੀ ਧਾਰਨ ਸਮਰੱਥਾ ਬੋਤਲ ਦੀ ਧਾਰਨ ਸਮਰੱਥਾ ਤੋਂ ਵੱਧ ਹੈ। ਫਰੈਂਡਸ ਇਹਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਜਿਹੜੀ ਇੱਕ ਬੋਤਲ ਹੈ ਉਹਦੇ ਵਿੱਚ 2 ਲੀਟਰ ਪਾਣੀ ਆ ਸਕਦਾ ਹੈ। ਥੱਲੇ ਦਿੱਤੀਆਂ ਗਈਆਂ ਤਸਵੀਰਾਂ 'ਚ ਆਪਾਂ ਦੱਸਣਾ ਹੈ ਕਿ 2 ਲੀਟਰ ਦੀ ਸਮਰੱਥਾ ਨਾਲੋਂ ਕਿਹਦੇ ਵਿੱਚ ਜ਼ਿਆਦਾ ਪਾਣੀ ਜਾਂ ਕੁਛ ਵੀ ਪੈ ਸਕਦਾ ਹੈ ਜੋ ਕਿ 2 ਲੀਟਰ ਤੋਂ ਜ਼ਿਆਦਾ ਹੋਵੇ। ਊੜਾ ਗਿਲਾਸ, ਐੜਾ ਕੌਲੀ, ਈੜੀ ਟੱਬ, ਸੱਸਾ ਚਮਚ। ਫਰੈਂਡਸ 2 ਲੀਟਰ ਪਾਣੀ ਗਿਲਾਸ 'ਚ ਵੀ ਨਹੀਂ ਆ ਸਕਦਾ, ਇਹਦਾ ਮਤਲਬ ਗਿਲਾਸ ਗਲਤ ਹੈ। 2 ਲੀਟਰ ਪਾਣੀ ਆਪਾਂ ਕੌਲੀ ਵਿੱਚ ਵੀ ਨਹੀਂ ਪਾ ਸਕਦੇ, ਇਹਦਾ ਮਤਲਬ ਕੌਲੀ ਵੀ ਗਲਤ ਹੈ। ਈੜੀ ਹੈਗੀ ਆਪਣੇ ਲਵੇ ਟੱਬ। ਦੇਖੋ ਆਪਾਂ ਪਹਿਲਾਂ ਸੱਸਾ ਆਪਸ਼ਨ ਵੀ ਦੇਖ ਲੈਂਦੇ ਹਾਂ ਕੀ ਹੈ। ਸੱਸਾ ਆਪਸ਼ਨ ਹੈ ਚਮਚ। ਚਮਚ 'ਚ ਵੀ ਆਪਾਂ 2 ਲੀਟਰ ਪਾਣੀ ਕਦੇ ਨਹੀਂ ਪਾ ਸਕਦੇ। ਇਹਦਾ ਮਤਲਬ ਜਿਹੜਾ ਟੱਬ ਹੈ ਉਹਦੇ 'ਚ ਆਪਾਂ ਇਹ 2 ਲੀਟਰ ਪਾਣੀ ਵੀ ਪਾ ਸਕਦੇ ਹਾਂ ਅਤੇ ਇਸ ਦੇ ਨਾਲੋਂ ਜ਼ਿਆਦਾ ਵੀ ਪਾ ਸਕਦੇ ਹਾਂ। ਟੱਬ ਵੱਡਾ ਹੋਣ ਕਰਕੇ 2 ਲੀਟਰ ਤੋਂ ਵੀ ਜ਼ਿਆਦਾ ਪਾਣੀ ਆਪਣੇ ਅੰਦਰ ਪਾ ਸਕਦਾ ਹੈ। ਤਾਂ ਈੜੀ ਆਪਸ਼ਨ ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 5, ਹੇਠਾਂ ਦਿੱਤੀ ਸਾਰਣੀ ਤੀਸਰੀ ਜਮਾਤ ਦੇ ਬੱਚਿਆਂ ਦੀਆਂ ਮਨਪਸੰਦ ਖੇਡਾਂ ਨੂੰ ਦਰਸਾਉਂਦੀ ਹੈ। ਖੋ ਖੋ ਨੂੰ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ। ਚਲੋ ਆਪਾਂ ਦੇਖਦੇ ਹਾਂ। ਇੱਧਰ ਆਪਾਂ ਨੂੰ ਖੇਡਾਂ ਦੇ ਨਾਂ ਦਿੱਤੇ ਗਏ ਹਨ ਅਤੇ ਇੱਧਰ ਮਿਲਾਣ ਚਿੰਨ੍ਹ। ਫਰੈਂਡਸ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਇਹ ਟੇਢੀ ਲਾਈਨ ਹੈ ਉਹ 1 ਨੰਬਰ ਦੀ ਹੈ। ਠੀਕ ਹੈ, ਜਿਸ ਤਰ੍ਹਾਂ ਕਬੱਡੀ ਕਿੰਨੇ ਬੱਚਿਆਂ ਨੂੰ ਪਸੰਦ ਹੈ 1, 2, 3, 4 ਅਤੇ ਜਿਹੜੀ ਇੱਕ ਲਾਈਨ ਇਹਨਾਂ ਨੂੰ ਕੱਟ ਰਹੀ ਹੈ ਉਹ ਵੀ 5। ਇਹ ਵੀ ਇੱਕ ਲਾਈਨ ਹੈ 5, 6, 7, 8। ਠੀਕ ਹੈ, ਖੋ ਖੋ ਦੀ ਦੇਖੀਏ 1, 2, 3, 4 ਅਤੇ 5, 6, 7, 8, 9 ਅਤੇ 10, 11, 12। ਯਾਨੀ ਕਿ ਖੋ ਖੋ 12 ਬੱਚਿਆਂ ਨੂੰ ਪਸੰਦ ਹੈ। ਊੜਾ ਆਪਸ਼ਨ 12, ਐੜਾ 10, ਈੜੀ 14, ਸੱਸਾ 16। ਫਰੈਂਡਸ ਊੜਾ ਆਪਸ਼ਨ ਬਿਲਕੁਲ ਸਹੀ ਹੈ। ਖੋ ਖੋ 12 ਬੱਚਿਆਂ ਨੂੰ ਪਸੰਦ ਹੈ। ਆਪਣਾ ਵਿਸ਼ਾ ਗਣਿਤ ਵੀ ਖਤਮ ਹੋ ਚੁੱਕਿਆ ਹੈ ਤਾਂ ਨੈਕਸਟ ਸਬਜੈਕਟ ਹੈ ਇੰਗਲਿਸ਼। ਤਾਂ ਆਪਾਂ ਪਹਿਲਾਂ ਇਹ ਪੈਰਾ ਪੜ੍ਹਨਾ ਹੈ, ਉਸ ਤੋਂ ਬਾਅਦ ਆਪਾਂ ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਤਾਂ ਚਲੋ ਸਭ ਤੋਂ ਪਹਿਲਾਂ ਆਪਾਂ
ਪੈਰਾ ਪੜ੍ਹਦੇ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਵੀ ਮੇਰੇ ਨਾਲ ਇਹ ਪੈਰਾ ਪੜ੍ਹੋਗੇ, ਕਿਉਂਕਿ ਇਹਦੇ ਨਾਲ ਤੁਹਾਡੀਆਂ ਰੀਡਿੰਗ ਸਕਿੱਲਸ ਇੰਪਰੂਵ ਹੋਣਗੀਆਂ। ਪੜ੍ਹਨਾ ਸ਼ੁਰੂ ਕਰਦੇ ਹਾਂ। Ria was 9 years old. One day, she was alone at home. Her parents had gone to a party. ਇਹਦੇ ਵਿੱਚ ਇਹ ਆਪਾਂ ਨੂੰ ਕਹਿ ਰਹੇ ਹਨ ਕਿ ਰੀਆ 9 ਸਾਲਾਂ ਦੀ ਹੈ। ਇੱਕ ਦਿਨ ਉਹ ਘਰ ਇਕੱਲੀ ਸੀਗੀ। ਹਰ ਪੇਰੈਂਟਸ ਹੈਡ ਗੋਨ ਟੂ ਪਾਰਟੀ। ਉਹਦੇ ਜਿਹੜੇ ਮੰਮਾ ਪਾਪਾ ਸੀਗੇ ਉਹ ਪਾਰਟੀ 'ਤੇ ਗਏ ਹੋਏ ਸੀ। ਸ਼ੀ ਵਾਜ਼ ਰੀਡਿੰਗ ਅ ਬੁੱਕ। ਉਹ ਇੱਕ ਕਿਤਾਬ ਪੜ੍ਹ ਰਹੀ ਸੀ। ਐਂਡ ਸਡਨਲੀ ਦ ਲਾਈਟ ਹੈਡ ਗੋਨ। ਅਤੇ ਸਡਨਲੀ ਯਾਨੀ ਕਿ ਇੱਕ ਅਚਾਨਕ ਜਿਹੜੀ ਲਾਈਟ ਸੀਗੀ ਉਹ ਚਲੀ ਗਈ। ਸ਼ੀ ਹੈਡ ਅ ਲਿਟਲ ਨੋਇਸ ਆਊਟਸਾਈਡ ਦ ਗੇਟ ਆਫ ਹਰ ਹਾਊਸ। ਕੀ ਕਹਿੰਦੇ ਹਨ ਕਿ ਉਹਨੇ ਇੱਕ ਆਵਾਜ਼ ਸੁਣੀ, ਬਿਲਕੁਲ ਹਲਕੀ ਜਿਹੀ ਆਵਾਜ਼ ਸੁਣੀ ਕਿ ਗੇਟ ਦੇ ਬਾਹਰ ਕੋਈ ਹੈ, ਯਾਨੀ ਕਿ ਕੋਈ ਵੀ ਉਹਨੇ ਗੇਟ ਦੇ ਬਾਹਰ ਕੋਈ ਆਵਾਜ਼ ਸੁਣੀ। ਦ ਡੋਰਬੈਲ ਰੈਂਗ। ਜਿਹੜੀ ਦਰਵਾਜ਼ੇ 'ਤੇ ਘੰਟੀ ਲੱਗੀ ਹੋਈ ਸੀ ਉਹ ਵੱਜੀ। ਸ਼ੀ ਵਾਜ਼ ਵੈਰੀ ਅਫਰੇਡ। ਉਹ ਬਹੁਤ ਡਰ ਗਈ ਕਿਉਂਕਿ ਉਸਨੂੰ ਲੱਗਿਆ ਕਿ ਸ਼ਾਇਦ ਕੋਈ ਚੋਰ ਜਾਂ ਕੋਈ ਅਜਿਹਾ ਬੰਦਾ ਆਇਆ ਹੈ ਜੋ ਉਸਨੂੰ ਨੁਕਸਾਨ ਪਹੁੰਚਾ ਸਕਦਾ ਹੈ। ਵੈਰੀ ਸਲੋਲੀ ਸ਼ੀ ਓਪਨ ਦਾ ਗੇਟ। ਉਹਨੇ ਬੜੇ ਹੀ ਹੌਲੀ ਹੌਲੀ ਅਤੇ ਧਿਆਨ ਨਾਲ ਗੇਟ ਹੈ ਜਿਹੜਾ ਉਹ ਖੋਲ੍ਹਿਆ। ਸ਼ੀ ਸੌ ਦੈਟ ਹਰ ਪੇਰੈਂਟਸ ਹੈਡ ਕਮ ਬੈਕ ਅਰਲੀ। ਉਹਨੇ ਕੀ ਦੇਖਿਆ ਕਿ ਉਹਦੇ ਮੰਮਾ ਪਾਪਾ ਨੇ ਜਿਹੜੇ ਉਹ ਘਰ ਛੇਤੀ ਵਾਪਸ ਆ ਗਏ ਹਨ। ਠੀਕ ਹੈ, ਯਾਨੀ ਕਿ ਕੋਈ ਹੋਰ ਨਹੀਂ ਬਲਕਿ ਉਸਦੇ ਘਰ ਦੇ ਹੀ ਆਏ ਸੀ। ਤਾਂ ਹੁਣ ਆਪਾਂ ਅਗਲੇ ਕੁਐਸਚਨ ਵੱਲ ਚੱਲਦੇ ਹਾਂ। ਰੀਆਜ਼ ਪੇਰੈਂਟਸ ਹੈਡ ਗੋਨ ਟੂ ਏ ਪਾਰਟੀ, ਬੀ ਆਫਿਸ, ਸੀ ਮੂਵੀ, ਡੀ ਮਾਰਕੀਟ। ਫਰੈਂਡਸ, ਜਿਸ ਤਰ੍ਹਾਂ ਇਹਨਾਂ ਨੇ ਆਪਾਂ ਨੂੰ ਦੱਸਿਆ ਕਿ ਰੀਆ ਦੇ ਪੇਰੈਂਟਸ ਜਿਹੜੇ ਸੀਗੇ ਉਹ ਪਾਰਟੀ 'ਤੇ ਗਏ ਹੋਏ ਸਨ, ਤਾਂ ਇਹ ਆਪਸ਼ਨ ਬਿਲਕੁਲ ਸਹੀ ਹੈ। ਰੀਆ ਵਾਜ਼ ਵਾਚਿੰਗ TV, ਪਲੇਇੰਗ ਫੁੱਟਬਾਲ, ਰੀਡਿੰਗ ਅ ਬੁੱਕ, ਕੁਕਿੰਗ ਫੂਡ। ਦੇਖੋ, ਰੀਆ ਵਾਜ਼ ਰੀਡਿੰਗ ਬੁੱਕ। ਸੀ ਆਪਸ਼ਨ ਇਜ਼ ਰਾਈਟ ਆਪਸ਼ਨ। ਦ ਡੋਰਬੈਲ ਵਾਜ਼ ਰੰਗ ਬਾਏ, ਯਾਨੀ ਕਿ ਜਿਹੜੀ ਗੇਟ 'ਤੇ ਘੰਟੀ ਲੱਗੀ ਹੋਈ ਸੀ ਉਹ ਕਿਹਨੇ ਵਜਾਈ ਸੀ? ਰੀਆਜ਼ ਬ੍ਰਦਰ, ਰੀਆਜ਼ ਪੇਰੈਂਟਸ, ਰੀਆਜ਼ ਟੀਚਰ, ਰੀਆਜ਼ ਸਿਸਟਰ। ਬੀ ਆਪਸ਼ਨ ਹੈ ਜਿਹੜਾ ਬਿਲਕੁਲ ਸਹੀ ਹੈ, ਕਿਉਂਕਿ ਜਿਹੜੀ ਗੇਟ 'ਤੇ ਘੰਟੀ ਲੱਗੀ ਹੋਈ ਸੀ ਉਹ ਰੀਆ ਦੇ ਪੇਰੈਂਟਸ ਨੇ ਹੀ ਵਜਾਈ ਸੀ। ਚੂਜ਼ ਦ ਓਪੋਜ਼ਿਟ ਆਫ ਅਰਲੀ, ਯਾਨੀ ਕਿ ਅਰਲੀ ਦਾ ਉਲਟਾ ਸ਼ਬਦ ਚੁਣੋ। ਆਊਟ, ਐਮਪਟੀ, ਲੇਟ, ਨੀਅਰ। ਦੇਖੋ ਫਰੈਂਡਸ, ਆਊਟ ਦਾ ਮਤਲਬ ਬਾਹਰ, ਐਮਪਟੀ ਖਾਲੀ, ਲੇਟ ਯਾਨੀ ਕਿ ਜਦੋਂ ਕੋਈ ਲੇਟ ਹੁੰਦਾ ਉਹ, ਨੀਅਰ ਨੇੜੇ। ਅਰਲੀ ਦਾ ਮਤਲਬ ਹੁੰਦਾ ਹੈ ਛੇਤੀ। ਤਾਂ ਫਰੈਂਡਸ, ਜਿਹਦੇ ਤੋਂ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਛੇਤੀ ਦਾ ਦੇਰ ਹੋਏਗਾ, ਤਾਂ ਇਹਦਾ ਸਹੀ ਜਿਹੜਾ ਆਨਸਰ ਹੈ ਉਹ ਲੇਟ ਹੈ ਅਤੇ ਸੀ ਆਪਸ਼ਨ ਸਹੀ ਹੈ। 5th ਕੁਐਸਚਨ, ਚੂਜ਼ ਦ ਨਾਊਨ। ਨਾਊਨ ਦੀ ਚੋਣ ਕਰੋ। ਏ ਓਲਡ, ਬੀ ਹੀਅਰਡ, ਸੀ ਗੇਟ, ਡੀ ਸਲੋਲੀ। ਸੀ ਆਪਸ਼ਨ ਇਜ਼ ਰਾਈਟ। ਜਿਹੜਾ ਸੀ ਆਪਸ਼ਨ ਆ ਉਹ ਸਹੀ ਹੈ, ਕਿਉਂਕਿ ਜਿਹੜਾ ਗੇਟ ਹੈ ਉਹ ਨਾਊਨ ਹੈ। ਤਾਂ ਹੁਣ ਆਪਾਂ ਇੰਗਲਿਸ਼ ਸਬਜੈਕਟ ਵੀ ਕੰਪਲੀਟ ਕਰ ਲਿਆ। ਨੈਕਸਟ ਹੈ ਹਿੰਦੀ। ਵਿਸ਼ੇ ਹਿੰਦੀ। ਤਾਂ ਇਹਦੇ ਵਿੱਚ ਵੀ ਆਪਾਂ ਨੇ ਸਭ ਤੋਂ ਪਹਿਲਾਂ ਇਹ ਪੈਰਾ ਪੜ੍ਹਨਾ, ਉਸ ਤੋਂ ਬਾਅਦ ਇਹਦੇ ਕੁਐਸਚਨ ਦੇ आंसर देने ने। जल में विभिन्न प्रकार के हानिकारक पदार्थों के मिलने से जल प्रदूषण होता है। जल प्रदूषण का मुख्य कारण मनुष्य या जानवरों की जैविक या औद्योगिक क्रियाओं के फलस्वरूप पैदा हुए प्रदूषकों को बिना किसी समुचित उपचार के सीधा जल धाराओं में विसर्जित कर दिया जाना है। मनुष्य को यह बात गांठ बांध लेनी चाहिए कि यदि स्वस्थ जीवन जीना है तो जल प्रदूषण को रोकना पड़ेगा। नालों की नियमित रूप से सफाई करनी चाहिए, नालियों को ठीक से बनाना चाहिए और उनको जल के किसी भी स्रोत से दूर रखना चाहिए। उद्योगों द्वारा सभी प्रकार की शेष सामग्री को सही ढंग से नष्ट किया जाना चाहिए, तभी हम एक स्वस्थ जीवन जी पाएंगे।
तो इसमें इन्होंने हमें बताया है कि हमें जल प्रदूषण को रोकना चाहिए। ठीक है, जल को प्रदूषित नहीं करना चाहिए, जैसे कि कई पदार्थ होते हैं जो जल के लिए हानिकारक होते हैं। और हमें अपनी जो नालियाँ होती हैं हमारी, उसे गली की नालियाँ उसे भी साफ़ करना चाहिए। और हमें यह भी ध्यान रखना चाहिए कि किसी भी रंग से जो पानी है वो नष्ट नहीं किया जाना चाहिए। ठीक है, सही ढंग से उसका उपयोग करना चाहिए, तभी हम स्वस्थ जीवन जी पाएंगे, तभी जो है हम वो सही जीवन जी पाएंगे। इसका प्रश्नों के उत्तर देते हैं। प्रश्न 1, उपरोक्त दिए गए पैरे का उपयुक्त शीर्षक बताइए। फिर से पढ़ते हैं एक बार। उपरोक्त दिए गए पैरे का उपयुक्त शीर्षक क्या होगा। इसका मतलब कि जो पैरा है इसकी हम हेडिंग जो होती है वो क्या दे सकते हैं। ध्वनि प्रदूषण, जल प्रदूषण, हवा प्रदूषण, भूमि प्रदूषण। फ्रेंड्स, जैसे कि हमें पता है कि ये जल के बारे में बात हो रही है, तो इसका जो सही उत्तर है वो दूसरा है, जल प्रदूषण। प्रश्न नंबर 2, गांठ बांधने से क्या भाव है। हमेशा याद ना रखना, गांठ को बांधना, हमेशा याद रखना, धागा बांधना। इसका मतलब गांठ बांधने का मतलब होता है कि हमेशा याद रखना। ठीक है। प्रश्न नंबर 3, निम्नलिखित में से कौन से शब्द में संयुक्त अक्षर का प्रयोग नहीं हुआ है। भिन्न, जानवरों, मुख्य, मनुष्य। फ्रेंड्स, इसका सही उत्तर है जानवरों, क्योंकि इसमें भी भिन्न आधा न के साथ एक न जुड़ा है जो कि पूरे भिन्न बनाता है। मुख्य भी, मुख अलग है और यह अलग, इन दोनों को मिलाकर मुख्य बना है। मनुष्य, इस श की वजह से मनु और अश यानी कि मनुष्य एकत्रित हुआ है, परंतु जानवरों में कोई भी संयुक्त अक्षर का प्रयोग नहीं हुआ। जिस प्रकार जीवन का संबंध मृत्यु से है, वैसे ही हानिकारक का संबंध किससे होगा। दुखदायक, विनाशकारी, बुरा, लाभदायक। जैसे कि हम यहाँ पर देख सकते हैं कि जीवन का उल्टा मृत्यु है, वैसे ही हानिकारक का जो उत्तर होगा यानी कि जो उल्ट होगा वह लाभदायक होगा, क्योंकि हानिकारक दुखदायक भी हो सकता है, जो विनाशकारी है वो भी हानिकारक हो सकता है, और अगर कोई चीज़ बुरी है तो वो भी हानिकारक हो सकती है, परंतु जो हानिकारक का बिल्कुल उल्टा है वो है लाभदायक, यानी कि किसी चीज़ का अच्छा या लाभ होना। निम्नलिखित में से कौन सा शब्द जल का समानार्थ वाला शब्द नहीं है। वारी, अम्बु, पानी, सरिता। अम्बु जो है वह जल का समानार्थ शब्द नहीं है। पानी भी जल को बोलते हैं, सरिता भी और वारी भी, परंतु अम्बु जल को नहीं बोलते हैं। तो फ्रेंड्स, नैक्सट हैगा अपना वातावरण सिੱਖਿਆ। ਇਹਦੇ ਵਿੱਚ ਆਪਾਂ ਨੂੰ ਕੁਐਸਚਨ ਪੁੱਛੇ ਗਏ ਹਨ, ਆਪਾਂ ਨੇ ਇਹਦੇ ਉੱਤਰ ਦੇਣੇ ਹਨ। ਪ੍ਰਸ਼ਨ ਨੰਬਰ 1, ਪਾਣੀ ਦੀ ਵਰਤੋਂ ਸੰਬੰਧੀ ਕਿਹੜਾ ਕਥਨ ਗਲਤ ਹੈ। ਨਹਾਉਣ ਲਈ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਕੱਪੜੇ ਧੋਣ ਲਈ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਖਾਣਾ ਬਣਾਉਣ ਲਈ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਪਾਣੀ ਦੀ ਵਰਤੋਂ ਵਾਹਨਾਂ ਵਿੱਚ ਬਾਲਣ ਦੇ ਤੌਰ 'ਤੇ ਹੁੰਦੀ ਹੈ। ਫਰੈਂਡਸ, ਜਿਹੜਾ ਚੌਥਾ ਹੈ ਉਹ ਗਲਤ ਹੈ, ਕਿਉਂਕਿ ਆਪਾਂ ਨੂੰ ਨਹਾਉਣ ਲਈ ਪਾਣੀ ਦੀ ਵੀ ਵਰਤੋਂ ਪੈਂਦੀ ਹੈ, ਕਿਉਂਕਿ ਆਪਾਂ ਪਾਣੀ ਨਾਲ ਹੀ ਨਹਾਉਂਦੇ ਹਾਂ। ਕੱਪੜੇ ਵੀ ਆਪਾਂ ਪਾਣੀ ਨਾਲ ਹੀ ਧੋਂਦੇ ਹਾਂ। ਖਾਣਾ ਵੀ ਆਪਾਂ ਜਿੱਦਾਂ ਸਬਜ਼ੀ ਹੁੰਦੀ ਹੈ ਜਾਂ ਆਟਾ ਗੁੰਨਦੇ ਹਾਂ, ਉਹਦੇ ਵਿੱਚ ਵੀ ਪਾਣੀ ਦੀ ਲੋੜ ਪੈਂਦੀ ਹੈ, ਪਰੰਤੂ ਜਿਹੜੇ ਵਾਹਨ ਹਨ ਉਹ ਬਾਲਣ ਦੇ ਤੌਰ 'ਤੇ ਪਾਣੀ ਨੂੰ ਨਹੀਂ ਵਰਤਦੇ, ਯਾਨੀ ਕਿ ਪਾਣੀ ਹੈ ਜਿਹੜਾ ਉਹ ਵਾਹਨਾਂ ਵਿੱਚ ਉਹਦੀ ਵਰਤੋਂ ਨਹੀਂ ਹੁੰਦੀ। ਤਾਂ ਚੌਥਾ ਆਪਸ਼ਨ ਸਹੀ ਹੈ। ਪ੍ਰਸ਼ਨ ਨੰਬਰ 2,
ਬਰਫ਼ਬਾਰੀ ਆਮ ਤੌਰ 'ਤੇ ਹੁੰਦੀ ਹੈ ਰੇਤਲੇ ਖੇਤਰਾਂ ਵਿੱਚ, ਪਹਾੜੀ ਖੇਤਰਾਂ ਵਿੱਚ, ਗਰਮ ਖੇਤਰਾਂ ਵਿੱਚ, ਇਹਨਾਂ ਵਿੱਚੋਂ ਕਿਤੇ ਵੀ ਨਹੀਂ। ਫਰੈਂਡਸ, ਜਿਹੜਾ ਦੂਸਰਾ ਆਪਸ਼ਨ ਹੈ ਉਹ ਸਹੀ ਹੈ, ਕਿਉਂਕਿ ਪਹਾੜਾਂ ਵੱਲ ਜਿਹੜੀ ਬਰਫ਼ਬਾਰੀ ਹੈ ਉਹ ਆਮ ਤੌਰ 'ਤੇ ਹੀ ਦੇਖਣ ਵਿੱਚ ਮਿਲਦੀ ਹੈ। ਪ੍ਰਸ਼ਨ ਨੰਬਰ 3, ਜਿਹੜੇ ਜਾਨਵਰ ਕਿਸੇ ਵੀ ਅਣਜਾਣ ਚੀਜ਼ ਜਾਂ ਮਨੁੱਖ ਨੂੰ ਦੇਖਦਿਆਂ ਹੀ ਦੌੜ ਜਾਂਦੇ ਹਨ, ਉਹਨਾਂ ਨੂੰ ਕੀ ਕਹਿੰਦੇ ਹਨ? ਸੰਕੋਚੀ ਜਾਨਵਰ, ਹੁਸ਼ਿਆਰ ਜਾਨਵਰ, ਚਲਾਕ ਜਾਨਵਰ, ਫੁਰਤੀਲੇ ਜਾਨਵਰ। ਫਰੈਂਡਸ ਦੇਖੋ, ਜਿਹੜੇ ਕਿਸੇ ਚੀਜ਼ ਨੂੰ ਦੇਖ ਕੇ ਦੌੜ ਜਾਂਦੇ ਹਨ, ਯਾਨੀ ਕਿ ਯਾਨੀ ਕਿ ਜੇ ਮੰਨ ਲਓ ਉਹਨਾਂ ਨੇ ਮਨੁੱਖ ਦੇਖ ਲਿਆ ਤਾਂ ਇਹਦਾ ਮਤਲਬ ਉਹ ਮਨੁੱਖ ਤੋਂ ਸੰਕੋਚ ਕਰ ਰਹੇ ਹਨ, ਯਾਨੀ ਕਿ ਉਹ ਸੰਕੋਚੀ ਜਾਨਵਰ ਹਨ, ਕਿਉਂਕਿ ਹੁਸ਼ਿਆਰ ਜਾਨਵਰ ਇੱਦਾਂ ਦੀ ਹਰਕਤਾਂ ਨਹੀਂ ਕਰਦੇ ਅਤੇ ਜਿਹੜੇ ਚਲਾਕ ਹੁੰਦੇ ਹਨ ਉਹ ਸਿਰਫ ਲੁਕ ਜਾਂਦੇ ਹਨ। ਠੀਕ ਹੈ। ਫੁਰਤੀਲੇ ਜਾਨਵਰ ਯਾਨੀ ਕਿ ਜਿਹੜੇ ਕਾਫੀ ਫੁਰਤੀਲੇ ਹੁੰਦੇ ਹਨ, ਚੁਸਤ ਹੁੰਦੇ ਹਨ। ਤਾਂ ਜਿਹੜਾ ਫਸਟ ਆਪਸ਼ਨ ਹੈ ਉਹ ਸਹੀ ਹੈ, ਸੰਕੋਚੀ ਜਾਨਵਰ। ਪੌਦੇ ਦਾ ਕਿਹੜਾ ਭਾਗ ਪੌਦੇ ਦੀ ਜ਼ਮੀਨ ਵਿੱਚ ਪਕੜ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ? ਤਣਾ, ਟਾਹਣੀ, ਜੜ੍ਹਾਂ, ਛਿੱਲ। ਫਰੈਂਡਸ ਦੇਖੋ, ਜਿਹੜੀਆਂ ਜੜ੍ਹਾਂ ਹਨ ਉਹ ਪੌਦੇ ਨੂੰ ਧਰਤੀ ਨਾਲ ਜੋੜ ਕੇ ਰੱਖਦੀਆਂ ਹਨ, ਤਾਂ ਜਿਹੜਾ ਪਕੜ ਜਿਹੜੀ ਮਜ਼ਬੂਤ ਹੁੰਦੀ ਹੈ ਪੌਦਿਆਂ ਦੀ, ਉਹ ਜੜ੍ਹਾਂ ਕਰਕੇ ਹੀ ਹੁੰਦੀ ਹੈ। ਤਾਂ ਤੀਸਰਾ ਆਪਸ਼ਨ ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 5, ਹੇਠ ਲਿਖਿਆਂ ਵਿੱਚ ਕਿਹੜੀ ਗਤੀਵਿਧੀ ਦਾ ਸੰਬੰਧ ਫਸਲਾਂ ਨਾਲ ਨਹੀਂ ਹੈ? ਬਿਜਾਈ ਕਰਨਾ, ਮੰਡੀ ਲੈ ਕੇ ਜਾਣਾ, ਖਾਦਾਂ ਦੀ ਵਰਤੋਂ ਕਰਨਾ, ਭੋਜਨ ਤਿਆਰ ਕਰਨਾ। ਫਰੈਂਡਸ, ਫੋਰਥ ਸਹੀ ਹੈ, ਭੋਜਨ ਤਿਆਰ ਕਰਨਾ। ਠੀਕ ਹੈ, ਕਿਉਂਕਿ ਦੇਖੋ ਜਦ ਆਪਾਂ ਬਿਜਾਈ ਕਰਦੇ ਹਾਂ ਤਾਂ ਉਹ ਵੀ ਆਪਾਂ ਫਸਲਾਂ ਦੀ ਕਰਦੇ ਹਾਂ। ਠੀਕ ਹੈ, ਯਾਨੀ ਕਿ ਫਸਲਾਂ ਆਪਾਂ ਕੀ ਪਤਾ ਆਪਾਂ ਫਸਲਾਂ ਦੀ ਬਿਜਾਈ ਕਰ ਰਹੇ ਹੋਈਏ, ਕਿਉਂਕਿ ਇਹ ਆਪਾਂ ਨੂੰ ਦੱਸਿਆ ਨਹੀਂ ਹੈ, ਅਤੇ ਇਸ ਕਰਕੇ ਜਿਹੜੀ ਫਸਲਾਂ ਦੀ ਹੈ ਉਹ ਬਿਜਾਈ। ਫਸਲਾਂ ਮੰਡੀ ਵੀ ਲੈ ਕੇ ਜਾਂਦੇ ਹਾਂ। ਖਾਦਾਂ ਦੀ ਵਰਤੋਂ ਕਰਨਾ, ਫਸਲਾਂ ਉਗਾਉਣ ਲਈ ਕਈ ਖਾਦਾਂ ਦੀ ਵਰਤੋਂ ਕਰਦੇ ਹਨ, ਇਸ ਕਰਕੇ ਖਾਦਾਂ ਦੀ ਵਰਤੋਂ ਕਰਨਾ ਵੀ ਠੀਕ ਹੈ, ਪਰੰਤੂ ਭੋਜਨ ਤਿਆਰ ਕਰਨਾ ਨਾਲ ਇਹਦਾ ਕੋਈ ਜ਼ਿਆਦਾ ਸੰਬੰਧ ਨਹੀਂ ਹੈ। ਠੀਕ ਹੈ, ਤਾਂ ਫੋਰਥ ਆਪਸ਼ਨ ਹੈ ਜਿਹੜਾ ਉਹ ਸਹੀ ਹੈ। ਤਾਂ ਫਰੈਂਡਸ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਮਝ ਲੱਗ ਗਿਆ ਹੋਣਾ, ਅਤੇ ਇਸ ਤੋਂ ਬਾਅਦ ਤੁਸੀਂ ਵੀ ਇੱਕ ਵਾਰ ਇਹਨੂੰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ, ਖੁਦ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ। ਤਾਂ ਫਰੈਂਡਸ, ਮਿਲਦੇ ਹਾਂ ਕੱਲ੍ਹ। ਓਕੇ ਬਾਏ, ਹੈਵ ਅ ਨਾਈਸ ਡੇ।